ਬੈਠਕ ਵਿੱਚ ਹਾਜ਼ਰ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਵੋਗੇ। ਲਾਸਟ ਸੰਡੇ ਆਪਾਂ ਜਦੋਂ ਬੈਠਕ ਕੀਤੀ ਸੀ ਮੈਂ ਉਸ ਵੇਲੇ ਫ੍ਰਿਜ਼ਨੋ ਸੀ, ਲੇਕਿਨ ਸੰਡੇ ਤੋਂ ਬਾਅਦ ਟਿਊਜ਼ਡੇ ਨੂੰ ਹੀ ਸਾਨੂੰ ਖਬਰ ਮਿਲੀ ਕਿ ਸਾਡੇ ਬਾਪੂ ਜੀ ਭਾਈ ਮਹਿੰਦਰ ਸਿੰਘ ਜੀ ਐਸਡੀਓ, ਜਿਨ੍ਹਾਂ ਦਾ ਮੈਂ ਨਾਰਮਲੀ ਜ਼ਿਕਰ ਕਰਦਾ ਹੁੰਨਾ, ਵੀ 95 years old living in Detroit, and he used to be a great ਕੀਰਤਨੀ, great ਗੁਰਬਾਣੀ ਦੇ ਵਿਆਖਿਆਕਾਰ ਔਰ great ਹੀ ਮੈਂ ਕਹੂੰਗਾ ਕਿ ਸਕਾਲਰ ਸੀ। ਰਿਸਰਚ ਗੁਰਬਾਣੀ ਦੀ ਜਿੰਨੀ ਕੀਤੀ ਉਹਨਾਂ ਨੇ, ਕੋਈ ਉਹਦਾ ਤੋੜ ਨਹੀਂ। ਉਹ ਲਾਸਟ ਟਿਊਜ਼ਡੇ ਨੂੰ ਐਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੇ ਇੱਕਦਮ ਵਾਪਸ ਆ ਕੇ ਡੈਲਸ ਆ ਕੇ ਫਿਰ ਫਰਾਈਡੇ ਮੈਂ ਉਧਰ ਨੂੰ ਚਾਲੇ ਪਾ ਦਿੱਤੇ ਤੇ ਅੱਜ ਹੀ ਸਵੇਰੇ 8 ਵਜੇ ਲੈਂਡ ਹੋਇਆ ਇੱਥੇ ਡੈਲਸ ਔਰ 8:30 ਆਪਾਂ ਆ ਕੇ ਘਰ ਪਹੁੰਚ ਕੇ ਬੈਠਕ ਸ਼ੁਰੂ ਕਰ ਰਹੇ ਹਾਂ। ਬਹੁਤ ਟਾਇਰਡ ਤਾਂ ਮੈਂ ਨਹੀਂ ਕਹੂੰਗਾ, ਥਕਾਵਟ ਨਹੀਂ ਹੋਈ, ਕਿਉਂਕਿ ਸਾਰਾ ਸਮਾਂ ਜਿਹੜਾ ਇਹ ਸੀਗਾ ਫਰਾਈਡੇ ਤੋਂ ਲੈ ਕੇ ਕੱਲ ਤੱਕ ਬਹੁਤ ਹੀ ਬਹੁਤ ਹੀ ਸੱਜਣ ਮਿਲੇ, ਪੁਰਾਣੇ ਜਿਹੜੇ ਕਈ ਸਾਲਾਂ ਦੇ ਮਿਲੇ ਨਹੀਂ ਸੀ, ਨਾਮ ਰਸੀਏ। ਔਰ ਆਪ ਵੀ ਅਸੀਂ ਕੋਸ਼ਿਸ਼ ਕੀਤੀ, ਕਿਉਂਕਿ ਬਾਰ-ਬਾਰ ਉਹਨਾਂ ਦੀ ਯਾਦ ਆ ਰਹੀ ਸੀ ਔਰ ਮਨ ਨੂੰ ਦਰਵਾਸਾ ਦਿੱਤਾ ਨਾਮ ਜਪ ਕੇ। ਉਹਨਾਂ ਦੇ ਬਾਰੇ ਆਪਾਂ ਪੂਰੀ ਇੱਕ ਬੈਠਕ ਜਾਂ ਅਸੀਂ ਇੱਕ ਵਿਚਾਰ ਕਰ ਰਹੇ ਹਾਂ ਫੈਮਿਲੀ ਦੇ ਨਾਲ। ਇੱਕ ਛੋਟਾ ਜਿਹਾ ਜਿੱਦਾਂ ਨੋਵਲਟੀ ਹੁੰਦੀ ਹੈ, ਛੋਟਾ ਜਿਹਾ ਉਹਨਾਂ ਦੇ ਜੀਵਨ ਦੇ ਉੱਤੇ ਕੁਝ ਲਿਖੀਏ ਔਰ ਕੁਝ ਉਹਨਾਂ ਦੀਆਂ ਪਿਕਚਰਸ ਪੁਰਾਣੀਆਂ ਸਾਂਝੀਆਂ ਕਰੀਏ ਔਰ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਹੰਢਾਏ, ਜੋ ਸਾਡੇ ਨਾਲ ਸਾਂਝੇ ਕੀਤੇ ਨੇ, ਉਹ ਵੀ ਆਪ ਜੀ ਨੂੰ ਕਿਸੇ ਦਿਨ ਆਪਾਂ ਇੱਥੇ ਦੱਸਾਂਗੇ। ਪਰ ਸਕਰੀਨ ਸ਼ੇਅਰ ਕਰਕੇ ਥੋੜੀ ਜਿਹੀ ਹਲੇ ਅਸੀਂ ਤਿਆਰੀ ਕਰਨੀ ਹੈ ਫੈਮਿਲੀ ਨਾਲ ਸਲਾਹ ਮਸ਼ਵਰਾ ਕਰਕੇ, ਤੇ ਫਿਰ ਉਹ ਆਪਾਂ ਉਧਰ ਨੂੰ ਵੀ ਉਹਨਾਂ ਦੇ ਜੋ ਨਾਮ ਅਭਿਆਸ ਕਰਕੇ ਉਹਨਾਂ ਦੇ ਜੀਵਨ 'ਚ ਤਬਦੀਲੀਆਂ ਆਈਆਂ, ਉਹ ਸਾਰਾ ਆਪਾਂ ਜ਼ਿਕਰ ਕਰਾਂਗੇ ਕਿਸੇ ਦਿਨ ਫ੍ਰੀ ਟਾਈਮ। ਅੱਜ ਜਿਹੜੀ ਆਪਣੀ ਵਾਰੀ ਹੈ ਉਹ 38 ਨੰਬਰ ਪਦੇ ਦੀ ਵਾਰੀ ਹੈ, ਲੇਕਿਨ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਦਿਆਂ ਕਿ ਅਸੀਂ ਪਿਛਲੀ ਵਾਰੀ 4 ਖੰਡਾਂ ਦਾ ਜ਼ਿਕਰ ਕੀਤਾ ਸੀ। ਮੈਨੂੰ ਆਪ ਨੂੰ ਵੀ ਔਰ ਸਾਡੀ ਜਿਹੜੀ ਟੀਮ ਹੈ ਉਹਨਾਂ ਨੂੰ ਵੀ, ਔਰ ਇੱਕ ਦੋ ਸੱਜਣ ਸੰਗਤ ਚੋਂ ਵੀ ਮੈਨੂੰ ਫੋਨ ਆਏ ਨੇ, ਅਸੀਂ ਉਹਨਾਂ ਨੂੰ ਦੁਬਾਰਾ ਐਕਸਪਲੇਨ ਕਰਾਂਗੇ। ਟੌਪਿਕ ਉਹ ਵੱਡਾ ਸੀ, ਰਿਲੇਟਡ ਵੀ ਸੀ, ਇਸ ਕਰਕੇ ਅਸੀਂ ਸੋਚਿਆ ਕਿ ਇਕੱਠੇ ਆਪਾਂ ਜਿਹੜੇ ਇਹਨਾਂ ਦਾ ਜ਼ਿਕਰ ਕੀਤਾ ਜਾਵੇ, ਪਰ ਸੈਟਿਸਫੈਕਸ਼ਨ ਨਹੀਂ ਹੋਈ। ਇਸ ਕਰਕੇ ਜਿਹੜੇ 4 ਖੰਡ ਨੇ ਇਹਨਾਂ ਦੇ ਬਾਬਤ ਆਪਾਂ ਅੱਜ ਦੀ ਬੈਠਕ ਤੋਂ ਬਾਅਦ ਅਗਲੀ ਵਾਰੀ ਜਾਂ ਫਿਰ ਕਿਸੇ ਦਿਨ ਪਲਾਨ ਕਰਕੇ 2 ਜਾਂ 3 ਬੈਠਕਾਂ ਖੰਡਾਂ ਦੇ ਉੱਤੇ ਲਾਵਾਂਗੇ। ਸੋ ਜੇਕਰ
ਸੰਗਤ ਚੋਂ ਵੀ ਕਿਸੇ ਦਾ ਕੋਈ ਸਵਾਲ ਹੋਵੇ ਤੇ ਜਾਂ ਕੋਈ ਵਿਚਾਰ ਹੋਵੇ ਜੋ ਨਾ ਪਤਾ ਲੱਗਿਆ ਹੋਏ ਤੇ ਹਲੇ ਵੇਟ ਕਰਿਓ। ਆਪਾਂ ਉਹਨੂੰ 1-2 ਹਫ਼ਤੇ ਠਹਿਰ ਕੇ ਇਹਨਾਂ ਨੂੰ ਰਿਪੀਟ ਕਰਨਾ। ਅੱਜ ਆਪਾਂ ਅੱਗੇ ਚੱਲਦੇ ਹਾਂ 38 ਨੰਬਰ ਪਦੇ ਤੇ। ਜਤ ਪਹਾਰਾ ਧੀਰਜ ਸੁਨਿਆਰ। ਸੁਨਿਆਰੇ ਵਰਗਾ ਧੀਰਜ ਚਾਹੀਦਾ। ਇਹ ਜਿਹੜਾ ਸਾਰਾ ਪਦਾ ਹੈ, ਇਸ ਪਦੇ ਦੇ ਵਿੱਚ ਜੁਗਤੀ ਦੱਸੀ ਹੈ। ਜਪ ਬਾਣੀ ਦਾ ਅਖੀਰਲਾ ਹਿੱਸਾ ਹੈ। ਇੱਥੇ ਜੁਗਤੀ ਦੱਸੀ ਹੈ ਵੀ ਕਿਸ ਜੁਗਤੀ ਦੇ ਨਾਲ ਨਾਮ ਅਭਿਆਸ ਕਰਨਾ ਹੈ ਜਾਂ ਨਾਮ ਜਪਣਾ ਹੈ, ਜਾਂ ਅਭਿਆਸੀ ਕਿਵੇਂ ਮਨ ਤਨ ਕਰਕੇ ਨਾਮ ਜਪ ਸਕੇ ਔਰ ਨਾਮ ਜਪ ਕੇ ਅਕਾਲ ਪੁਰਖ ਦੀ ਬਖਸ਼ਿਸ਼ ਹਾਸਲ ਕਰ ਸਕੇ। ਸਾਰੀ ਤਫਸੀਲ ਹੀ ਇਸ ਵਿਸ਼ੇ ਦੇ ਉੱਤੇ ਹੈ। ਜਤ ਪਹਾਰਾ ਇਹ ਪੁਰਾਣੇ ਲਫ਼ਜ਼ ਨੇ, ਪੁਰਾਣੀ ਪੰਜਾਬੀ ਦੇ ਲਫ਼ਜ਼ ਨੇ। ਅੱਜ ਕੱਲ ਇਹਨਾਂ ਦੀ ਵਰਤੋਂ ਘੱਟ ਹੁੰਦੀ ਹੈ। ਪਹਾਰਾ ਹੁੰਦਾ ਹੈ ਭੱਠੀ। ਜਤ ਪਹਾਰਾ ਕਰਮ ਇੰਦਰੀਆਂ ਤੇ ਕੰਟਰੋਲ ਕਰਨਾ ਹੀ ਤੇਰੀ ਭੱਠੀ ਹੈ, ਕਿਉਂਕਿ ਬਹੁਤ ਔਖਾ ਕੰਮ ਹੈ। ਕਰਮ ਇੰਦਰੇ 2 ਹੱਥ, 2 ਪੈਰ, 2 ਅੱਖਾਂ, ਰਸਨਾ ਤੇ 2 ਕੰਨ, 9 ਕਰਮ ਇੰਦਰੇ। ਇਹਦੇ ਬਾਰੇ ਸਾਰਿਆਂ ਨੂੰ ਪਤਾ ਹੀ ਹੈ। 9 ਕਰਮ ਇੰਦਰੇ ਨੇ ਹੱਥ, ਪੈਰ, ਅੱਖਾਂ, ਕੰਨ ਤੇ ਰਸਨਾ। ਸੁਨਿਆਰੇ ਵਰਗਾ ਧੀਰਜ ਸੁਭਾਅ, ਸਹਿਨਸ਼ੀਲਤਾ ਚਾਹੀਦੀ ਹੈ। ਬੜੀ ਜ਼ਰੂਰੀ ਹੈ, ਕਿਉਂਕਿ ਕੰਮ ਬੜਾ ਇੰਪੋਰਟੈਂਟ ਹੈ, ਬੜਾ ਮਹਿੰਗਾ ਕੰਮ ਹੈ। ਇਸੇ ਕਰਕੇ ਪਹਾਰੇ ਦਾ ਜ਼ਿਕਰ ਆਇਆ ਹੈ, ਸੁਨਿਆਰ ਦਾ ਜ਼ਿਕਰ ਆਇਆ, ਔਰ ਬੜੇ ਧਿਆਨ ਨਾਲ ਕਰਨ ਵਾਲਾ ਕੰਮ ਹੈ। ਐਵੇਂ ਇਹ ਥੋੜੇ ਮਾਰਨ ਵਾਲਾ ਕੰਮ ਨਹੀਂ ਹੈ, ਜਾਂ ਐਵੇਂ ਵਾਹਿਆਤ ਕਰਨ ਵਾਲਾ ਕੰਮ ਨਹੀਂ ਹੈ। ਜਿਵੇਂ ਦੂ ਫਟਾਫਟ ਬੈਠੇ ਤੇ ਵਾਜੇ ਤੇ ਫਟਾਫਟ ਤੇਜ਼ ਤੇਜ਼ ਸ਼ੁਰੂ ਕਰਤਾ ਵੀ ਸਿਮਰਨ ਹੋ ਰਿਹਾ। ਇਹਦੇ ਚ ਬੜੀ ਸਹਿਨਸ਼ੀਲਤਾ ਲਫ਼ਜ਼ ਵਰਤੇ ਨੇ। ਦੇਖੋ, ਬੜੇ ਪਿਆਰ ਦੇ ਨਾਲ, ਧੀਰਜ ਦੇ ਨਾਲ ਸੁਨਿਆਰਾ ਜਿਹੜਾ ਉਹ ਗਹਿਣੇ ਬਣਾਉਂਦਾ। ਇਸੇ ਤਰ੍ਹਾਂ ਕਰਮ ਇੰਦਰੀਆਂ ਦੀ ਭੱਠੀ ਜਤ ਪਹਾਰਾ, ਉਹ ਅਸੀਂ ਬਣਾਉਣੀ ਹੈ। ਤੇ ਸੁਨਿਆਰੇ ਵਰਗੀ ਸਹਿਨਸ਼ੀਲਤਾ, ਧੀਰਜ ਰੱਖਣਾ। ਐਰਨ ਮਤ, ਜੋ 2 ਲਫ਼ਜ਼ ਮੈਂ ਬੋਲ ਰਿਹਾ, ਇਹਨਾਂ ਨੂੰ ਬੜੇ ਧਿਆਨ ਨਾਲ ਸਰਵਣ ਕਰਨਾ। ਨਾਲੇ ਪੁਰਾਣੇ ਲਫ਼ਜ਼ਾਂ ਦਾ ਪਤਾ ਲੱਗੂ, ਨਾਲੇ ਮੀਨਿੰਗਸ ਪਤਾ ਲੱਗਣਗੇ। ਜਤ ਪਹਾਰਾ, ਜਤ ਕੀ ਕਰਨਾ ਹੈ? ਜਤੀ ਸਤੀ ਜਿੱਦਾਂ ਕਹਿ ਦਿੰਦੇ ਆ, ਉਹ ਨਹੀਂ ਹੈ। ਇਹ ਹੈ, ਜਤ ਹੁੰਦਾ ਹੀ ਕਰਮ ਇੰਦਰੀਆਂ ਤੇ ਕੰਟਰੋਲ ਹੈ। ਉਹਨੂੰ ਹੀ ਕਹਿੰਦੇ ਆ ਜਤੀ ਸਤੀ, ਜਿਹਨੇ ਵਸ ਕੀਤੇ ਹੁੰਦੇ ਆ। ਜਿਹੜਾ ਬੜੇ ਧਿਆਨ ਨਾਲ ਸੋਚ ਸਮਝ ਕੇ ਲਫ਼ਜ਼ ਬੋਲਦਾ, ਜਿਹੜਾ ਬੜੇ ਧਿਆਨ ਨਾਲ ਅੱਖਾਂ ਦੇ ਨਾਲ ਕਿਸੇ ਨੂੰ ਨਿਹਾਰਦਾ, ਉਹਦੇ ਨਿਹਾਰਨ ਚ ਹੀ ਸਤਿਕਾਰ ਲੁਕਿਆ ਹੁੰਦਾ, ਔਰ ਉਹਦੇ ਨਿਹਾਰਨ ਚ ਹੀ ਬੇਅਦਬੀ ਲੁਕੀ ਹੁੰਦੀ ਹੈ। ਸੋ ਇਹ ਕੰਟਰੋਲ ਬੜਾ ਜ਼ਰੂਰੀ ਹੈ। ਹੱਥਾਂ ਨਾਲ ਮਾੜੇ ਕੰਮ ਵੀ, ਚੰਗੇ ਕੰਮ ਵੀ, ਪੈਰਾਂ ਨਾਲ ਵੀ ਮਾੜੇ ਪਾਸੇ ਨੂੰ ਤੁਰ ਪੈਂਦੇ ਆ, ਚੰਗੇ ਨੂੰ ਵੀ ਤੁਰਦੇ ਨੇ।
ਕੰਨ ਮਾੜਾ ਵੀ ਸੁਣਦੇ ਆ, ਚੰਗਾ ਵੀ ਸੁਣਦੇ ਆ। ਸੋ ਇਹਨਾਂ ਨੂੰ ਕਰਮ ਇੰਦਰੀਆਂ ਨੂੰ ਚੰਗੇ ਪਾਸੇ ਲਾਉਣਾ ਹੀ ਗੁਰਸਿੱਖ ਦਾ ਕੰਮ ਹੈ, ਫਰਜ਼ ਹੈ। ਮੁਸ਼ਕਿਲ ਕੰਮ ਹੈ। ਮੁਹਾਵਰੇ ਵਰਤਦੇ ਆ ਵੀ ਅੱਗ ਚੋਂ ਲੰਘਣਾ। ਇਹ ਕਰਮ ਇੰਦਰੀਆਂ ਨੂੰ ਕੰਟਰੋਲ ਕਰਨਾ ਹੈ ਹੀ ਅੱਗ ਚੋਂ ਲੰਘਣਾ। ਸੋ ਕਰਮ ਇੰਦਰੀਆਂ ਤੇ ਕੰਟਰੋਲ ਕਰਨਾ ਹੀ ਤੇਰੀ ਭੱਠੀ ਹੈ। ਧੀਰਜ ਸੁਨਿਆਰ, ਸੁਨਿਆਰੇ ਵਰਗਾ ਧੀਰਜ, ਸਹਿਨਸ਼ੀਲਤਾ, ਠੰਡਾ ਸੁਭਾਅ, ਐਹਰਨ ਮੱਤ, ਮੱਤ ਦੀ ਐਹਰਨ ਬਣਾ। ਮੱਤ ਦੀ ਐਹਰਨ, ਮਨੁੱਖ ਦੀ ਆਪਣੀ ਮੱਤ ਜਿਹੜੀ ਹੈ ਉਹ ਐਹਰਨ ਹੋਵੇ। ਐਹਰਨ ਕੀ ਹੁੰਦੀ ਹੈ? ਜਿਹਦੇ ਤੇ ਰੱਖ ਕੇ ਵਸਤ ਨੂੰ ਕੁੱਟਿਆ ਜਾਂਦਾ ਹੈ। ਜਿਹਦੇ ਤੇ ਰੱਖ ਕੇ ਮੈਟਲ ਜਿਹੜਾ ਹੈ, ਕੋਈ ਵੀ ਮੈਟਲ, ਉਹਨੂੰ ਘੜਿਆ ਜਾਂਦਾ ਹੈ। ਸੋ ਜਿਹੜੀ ਐਹਰਨ ਹੈ ਜਿਹਦੇ ਤੇ ਰੱਖ ਕੇ ਸੁਨਿਆਰੇ ਨੇ ਕੰਮ ਕਰਨਾ ਹੈ, ਮੱਤ ਕਹਿੰਦੇ ਤੇਰੀ ਐਹਰਨ ਹੋਵੇ। ਵੇਦ ਹਥਿਆਰ, ਅਧਿਆਤਮਕ ਗਿਆਨ ਦਾ ਹਥੌੜਾ ਹੋਵੇ। ਹੱਥ ਦੇ ਵਿੱਚ ਹਥੌੜਾ ਹੋਵੇ ਅਧਿਆਤਮਕ ਗਿਆਨ ਦਾ। ਸਿੰਪਲ ਹੈ, 2 ਲਾਈਨਾਂ ਦੇ ਵਿੱਚ 2 ਲਫ਼ਜ਼ ਨੇ। ਜਤ ਪਹਾਰਾ, ਧੀਰਜ ਸੁਨਿਆਰ, ਐਹਰਨ ਮੱਤ, ਵੇਦ ਹਥਿਆਰ। ਵੇਦ ਇੱਥੇ ਭਾਵ ਗਿਆਨ ਤੋਂ ਹੈ, ਅਧਿਆਤਮਕ ਗਿਆਨ ਤੋਂ ਹੈ। ਹੁਣ ਅੱਗੇ ਹੈ ਭਉ ਖਲਾਂ ਅਗਨ ਤਪ ਤਾਉ। ਭੌਖਲਾ ਇੱਕ ਧੌਂਕਣੀ ਹੁੰਦੀ ਹੈ, ਭੱਠੀ ਨੂੰ ਹਵਾ ਦੇਣ ਦਾ ਸਿਸਟਮ ਹੁੰਦਾ। ਇਹ ਆਪਾਂ ਸਾਰੇ ਇੰਡੀਆ 'ਚ ਆਪਣਾ ਉੱਥੇ ਜੀਵਨ ਕੱਢ ਕੇ ਆਏ ਆ। ਇਹ ਧੌਂਕਣੀ ਦੇ ਥਰੂ ਹਵਾ ਮਾਰੀ ਜਾਂਦੀ ਹੈ। ਜਿੱਦਾਂ ਉਹ ਭਾਂਡੇ ਕਲੀ ਕਰਨ ਵਾਲੇ ਹੁੰਦੇ ਸੀ ਤੇ ਉਹ ਆਪਣੇ ਆ ਕੇ, ਉਹ ਵੀ ਇੱਕ ਸਿਸਟਮ ਸੀ ਉਹਨਾਂ ਦਾ, ਭੱਠੀ ਗਰਮ ਕਰਦੇ ਸੀ ਔਰ ਹਵਾ ਵੀ ਮਾਰਦੇ ਸੀ। ਇਹ ਜਿਹੜੀ ਧੌਂਕਣੀ ਹੈ, ਭੱਠੀ ਨੂੰ ਹਵਾ ਦੇਣ ਦਾ ਪ੍ਰਬੰਧ ਹੈ, ਇਹ ਹੈ ਅਰਧ ਉਰਧ ਦਾ ਅਭਿਆਸ। ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਦੀ ਧੌਂਕਣੀ ਬਣਾ, ਤਪੱਸਿਆ ਤੇ ਬੰਦਗੀ ਦੀ ਅੱਗ ਦੇ। ਅਗਨ ਤਪ ਤਾਓ। ਭੌਖਲਾ ਧੌਂਕਣੀ, ਭੱਠੀ ਨੂੰ ਹਵਾ ਦੇਣ ਦਾ ਪ੍ਰਬੰਧ, ਇਹ ਜਿਹੜਾ ਅਰਧ ਉਰਧ ਦਾ ਅਭਿਆਸ ਹੈ। ਹੁਣ ਤੇ ਆਪਾਂ ਅਭਿਆਸ ਸਿੰਪਲ ਕਰਦੇ ਹਾਂ ਬੋਲ ਕੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤੋਂ ਬਾਅਦ ਆਪਾਂ ਜ਼ਿਕਰ ਕਰਾਂਗੇ ਅਰਧ ਉਰਧ ਦਾ ਅਭਿਆਸ। ਅਰਧ ਉਰਧ ਹੁੰਦਾ ਸਾਹ, ਇਨਹੇਲ ਐਂਡ ਐਕਸੇਲ। ਸੋ ਨਾਮ ਜਿਹੜਾ ਸ਼ਬਦ ਦਾ ਜਪਣਾ, ਉਹ ਸਾਹ ਦੇ ਵਿੱਚ ਹੀ ਫਿਕਸ ਹੋ ਜਾਂਦਾ। ਜਦੋਂ ਤੁਸੀਂ ਸੁੱਤੇ ਪਏ ਵੀ ਸਾਹ ਲੈਂਦੇ ਹੋ ਤੇ ਉਹ ਨਾਮ ਚੱਲਣਾ ਸ਼ੁਰੂ ਹੋ ਜਾਂਦਾ, ਜੇਕਰ ਆਪਾਂ ਉੱਥੋਂ ਤੱਕ ਪਹੁੰਚਦੇ ਹਾਂ ਆਪਣੇ ਆਪ ਸੁੱਤੇ ਸਿੱਧ। ਇਹਦੇ ਬਾਰੇ ਆਪਾਂ ਅੱਗੇ ਐਕਸਪਲੇਨ ਕਰਾਂਗੇ ਸ਼ਬਦ ਲੈ ਕੇ। ਧੌਂਕਣੀ ਜਿਹੜੀ ਹੈ, ਭੌਖਲਾ, ਭੱਠੀ ਨੂੰ ਹਵਾ ਦੇਣ ਦਾ ਸਿਸਟਮ, ਉਹ ਹੈ ਅਰਧ ਉਰਧ ਦਾ ਅਭਿਆਸ, ਸ਼ਬਦ ਦਾ ਅਭਿਆਸ। ਉਹੀ ਪ੍ਰੇਮਾ ਭਗਤੀ ਹੈ।
ਪ੍ਰੇਮਾ ਭਗਤੀ ਦੀ ਧੌਂਖਣੀ ਬਣਾ ਤੇ ਤਪੱਸਿਆ ਤੇ ਬੰਦਗੀ ਦੀ ਅੱਗ ਦੇ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਜਿਸ ਭਾਂਡੇ ਵਿੱਚ ਸੋਨਾ ਢਾਲਦਾ ਹੈ ਸੁਨਿਆਰਾ, ਸਰੀਰ ਹੀ ਤੇਰਾ ਭਾਂਡਾ ਬਣ ਗਿਆ। ਫੇਰ ਘੜੀਐ ਸ਼ਬਦ ਸੱਚੀ ਟਕਸਾਲ। ਫਿਰ ਇਸੇ ਸਰੀਰ ਵਿੱਚ ਅੰਮ੍ਰਿਤ ਬਣਾ, ਭਾਓ ਖਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤੇ ਢਾਲ। ਹਾਂਜੀ, ਅੰਮ੍ਰਿਤ ਤੇ ਢਾਲ ਮਿਸ ਹੋ ਗਿਆ। ਜਿਸ ਭਾਂਡੇ ਵਿੱਚ ਸੁਨਿਆਰਾ ਸੋਨਾ ਢਾਲਦਾ, ਅਭਿਆਸੀ ਨੇ ਸਰੀਰ ਨੂੰ ਉਹ ਭਾਂਡਾ ਬਣਾਉਣਾ। ਫਿਰ ਇਸੇ ਸਰੀਰ ਵਿੱਚ ਅੰਮ੍ਰਿਤ ਬਣਾਉਣਾ, ਨਾਮ ਨੂੰ ਦ੍ਰਿੜ ਕਰਨਾ, ਨਾਮ ਦੇ ਲੱਖ ਲੱਖ ਗੇੜੇ ਦੇਣੇ ਆ। ਘੜੀਐ ਸ਼ਬਦ ਸੱਚੀ ਟਕਸਾਲ। ਹੁਣ ਅੰਮ੍ਰਿਤ ਢਾਲਣਾ, ਭਾਂਡੇ ਦੇ ਵਿੱਚ ਅੰਮ੍ਰਿਤ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਇਹ ਜਦੋਂ ਅਵਸਥਾ ਸ਼ੁਰੂ ਹੋ ਜੇ, ਇਹ ਐਗਜ਼ੈਕਟਲੀ ਕਰਮਖੰਡ ਦੇ ਵਿੱਚ ਐਂਟਰੀ ਹੈ। ਕਰਮਖੰਡ ਦੇ ਵਿੱਚ ਦਾਖਲਾ ਹੈ। ਜਦੋਂ ਉਹ ਸਰੀਰ ਦੇ ਵਿੱਚ, ਭਾਂਡੇ ਦੇ ਵਿੱਚ ਅੰਮ੍ਰਿਤ ਬਣਨਾ ਸ਼ੁਰੂ ਹੋ ਜੇ। ਘੜੀਐ ਸ਼ਬਦ ਸੱਚੀ ਟਕਸਾਲ। ਟਕਸਾਲ ਹੁੰਦਾ ਮਿੰਟ, ਜਿੱਥੇ ਨੋਟ ਛਪਦੇ ਆ ਜਾਂ ਪੈਸੇ ਬਣਦੇ ਆ। ਹੁਣ ਇਹ ਰੱਬ ਦੀ ਟਕਸਾਲ ਕੀ ਹੈ? ਸ਼ਬਦ ਘੜਿਆ ਜਾਂਦਾ। ਅਰਧ ਉਰਧ ਅਭਿਆਸ ਹੀ ਰੱਬ ਦੀ ਟਕਸਾਲ ਬਣਦੀ ਹੈ। ਘੜੀਐ ਸ਼ਬਦ ਸੱਚੀ ਟਕਸਾਲ। ਇਹ ਜਿਹੜਾ ਭੌਖਲਾ ਆਪਾਂ ਸ਼ੁਰੂ ਕੀਤਾ, ਅਗਨ ਤਪਤਾਓ, ਇਹ ਹੀ ਅਰਧ ਉਰਧ ਦਾ ਅਭਿਆਸ ਹੈ। ਉਸ ਭੱਠੀ ਨੂੰ ਹਵਾ ਦੇਣ ਦਾ ਸਿਸਟਮ ਹੈ। ਕਰਮ ਇੰਦਰੀ ਭੱਠੀ ਨੇ, ਕਰਮ ਇੰਦਰੀਆਂ ਦੀ ਭੱਠੀ ਬਣ ਗਈ ਹੈ। ਕਰਮ ਇੰਦਰੀਆਂ ਦਾ ਕੰਟਰੋਲ ਐਕਚੁਅਲੀ ਭੱਠੀ ਹੈ। ਤੇ ਬੜੇ ਧੀਰਜ ਦੇ ਨਾਲ, ਸੁਨਿਆਰੇ ਵਰਗੇ ਧੀਰਜ ਦੇ ਨਾਲ ਅਸੀਂ ਇਹ ਅਭਿਆਸ ਕਰਨਾ ਹੈ। ਗਿਆਨ ਨੂੰ ਨਾਲ ਨਾਲ ਰੱਖਣਾ ਹੈ। ਅਧਿਆਤਮਕ ਗਿਆਨ ਛੱਡਿਆ ਨਹੀਂ ਜਾ ਸਕਦਾ, ਕਿਉਂਕਿ ਉਸੇ ਗਿਆਨ ਨੇ ਬਾਰ-ਬਾਰ ਹਥੌੜੇ ਮਾਰ ਕੇ ਸਾਨੂੰ ਸਮਝ ਦੇਣੀ ਹੈ, ਸਾਨੂੰ ਗਿਆਨ ਦੇਣਾ ਹੈ ਕਿ ਭਗਤੀ ਕਰਨੀ ਹੈ, ਇਸ ਤਰ੍ਹਾਂ ਭਗਤੀ ਕਰਨੀ ਹੈ। ਭਗਤੀ ਕਰਨ ਦੀ ਆ ਜੁਗਤੀ ਹੈ। ਘੜੀਐ ਸ਼ਬਦ ਸੱਚੀ ਟਕਸਾਲ। ਅਰਧ ਉਰਧ ਦਾ ਅਭਿਆਸ ਹੀ ਰੱਬ ਦੀ ਟਕਸਾਲ ਬਣ ਜਾਂਦੀ ਹੈ। ਟਕਸਾਲ ਸ਼ਬਦ ਨੂੰ ਘੜਨਾ, ਨਿਰੰਤਰ ਸ਼ਬਦ ਦਾ ਜਪਣਾ। ਸ਼ਬਦ ਸੱਚੀ ਟਕਸਾਲ, ਇਹ ਹੀ ਉਸ ਕਰਤੇ ਪੁਰਖ ਦੀ ਟਕਸਾਲ ਹੈ, ਜਿੱਥੇ ਸ਼ਬਦ ਘੜਿਆ ਜਾਂਦਾ ਹੈ। ਸੋ ਇਹ ਕੌਣ ਕਰੇਗਾ? ਕੌਣ ਕਰੇਗਾ ਇਸ ਤਰ੍ਹਾਂ? ਇਸ ਅਵਸਥਾ ਦੇ ਵਿੱਚ ਕੌਣ ਆਏਗਾ? ਕਰਮ ਇੰਦਰੀਆਂ ਨੂੰ ਕਿਹੜਾ ਕੰਟਰੋਲ ਕਰਕੇ ਰੱਖੂਗਾ? ਕੌਣ ਉਸ ਕਰਮ ਇੰਦਰੀਆਂ ਦੇ ਕੰਟਰੋਲ ਦੀ ਭੱਠੀ ਦੇ ਵਿੱਚ ਧੌਂਖਣੀ ਨਾਲ ਹਵਾ ਦੇਗਾ, ਭਾਵ ਅਰਧ ਉਰਧ ਦਾ ਅਭਿਆਸ ਕਰੇਗਾ, ਪ੍ਰੇਮਾ ਭਗਤੀ ਕਰੇਗਾ। ਗਿਆਨ ਦਾ ਹਥੌੜਾ ਐਰਣ ਤੇ ਰੱਖ ਕੇ ਕੌਣ ਵਰਤੇਗਾ?
ਉਹ ਕਰੇਗਾ ਜਿਹਦੇ ਤੇ ਗੁਰ ਪ੍ਰਸਾਦ ਹੈ। ਜਿनको ਨਦਰ ਕਰਮ ਤਿੰਨ ਕਾਰ। ਉਹ ਇਹ ਕੰਮ ਕਰਨਗੇ। ਉਹ ਇਸ ਅਵਸਥਾ ਦੇ ਵਿੱਚ ਸ਼ਬਦ ਰੂਪੀ ਸੇਵਾ ਕਰਨਗੇ। ਘੜੀਐ ਸ਼ਬਦ ਸੱਚੀ ਟਕਸਾਲ, ਜਿनको ਨਦਰ ਕਰਮ ਤਿੰਨ ਕਾਰ। ਇਹ ਕੰਮ ਉਹਨਾਂ ਮਨੁੱਖਾਂ ਦਾ ਹੈ, ਉਹਨਾਂ ਸਿੱਖਾਂ ਦਾ ਹੈ ਜਿਨ੍ਹਾਂ ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਨਜ਼ਰ ਹੁੰਦੀ ਹੈ, ਨਦਰ ਹੁੰਦੀ ਹੈ। ਨਾਨਕ ਨਦਰੀ ਨਦਰ ਨਿਹਾਲ। ਨਾਨਕ ਜੋਤ ਕਹਿ ਰਹੀ ਹੈ, ਅਕਾਲ ਪੁਰਖ ਆਪਣੀ ਬਖਸ਼ਿਸ਼ ਤੇ ਰਹਿਮਤ ਸਦਕਾ ਹੀ ਨਿਹਾਲ ਕਰਦਾ ਹੈ। ਆਪਾਂ ਬਾਰ-ਬਾਰ ਜ਼ਿਕਰ ਕਰਦੇ ਆਏ ਹਾਂ ਕਿ ਗੁਰਪ੍ਰਸਾਦ, ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਇਹ ਵੀ ਬੇਨਤੀ ਕਰਦਾ ਰਿਹਾ ਕਿ ਅਸੀਂ ਉਸ ਕਿਰਪਾ ਦੇ ਪਾਤਰ ਬਣਨਾ ਹੈ। ਫਿਰ ਮੈਂ ਇੱਕ ਦੋ ਲਾਈਨਾਂ ਬੋਲਦਾ ਰਿਹਾ ਕਿ ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ। ਭਗਤੀ ਵੀ ਕਰਨੀ ਹੈ, ਅਕਲ ਨਾਲ ਕਰਨੀ ਹੈ। ਬੈਠੇ ਬਿਠਾਏ ਕੁਛ ਨਹੀਂ ਮਿਲਣਾ। God help those who help themselves। ਸਾਨੂੰ ਗਿਆਨ ਵੀ ਪੜ੍ਹਨਾ ਪੈਣਾ, ਗਿਆਨ ਵੀ ਸਮਝਣਾ ਪੈਣਾ, ਗਿਆਨ ਵੀ ਖੋਜਣਾ ਪੈਣਾ। ਉਸੇ ਗਿਆਨ ਚੋਂ ਸਾਨੂੰ ਇਹ ਸ਼ਬਦ ਜਪਣ ਦੀ ਸਿੱਖਿਆ ਮਿਲਣੀ ਹੈ। ਕਰਮ ਇੰਦਰੀਆਂ ਤੇ ਕੰਟਰੋਲ ਕਰਨਾ ਬੜਾ ਮੁਸ਼ਕਲ ਕੰਮ ਹੈ, ਬੜਾ ਧੀਰਜ ਰੱਖ ਕੇ ਕਰਨਾ ਪੈਂਦਾ ਹੈ। ਫਿਰ ਜਿੱਥੇ ਕਿਤੇ ਰਾਹ ਤੋਂ ਖੁੰਝੇ ਬੰਦਾ, ਉੱਥੇ ਫਿਰ ਗਿਆਨ ਦੀ ਮਦਦ ਲਏ। ਗਿਆਨ ਨੇ ਫਿਰ ਸਾਨੂੰ ਤੇਜ਼ ਕਰ ਦੇਣਾ ਵੀ ਭਾਈ ਨਾਮ ਜਪਣਾ। ਅਸੀਂ ਫਿਰ ਨਾਮ ਜਪਣਾ, ਅਭਿਆਸ ਕਰਨਾ, ਔਰ ਅਭਿਆਸ ਕਰ ਕਰਕੇ ਇਸੇ ਸਰੀਰ ਦੇ ਅੰਦਰ ਸ਼ਬਦ ਰੂਪੀ ਅੰਮ੍ਰਿਤ ਪੈਦਾ ਕਰ ਲੈਣਾ। ਸਰੀਰ ਦੇ ਅੰਦਰ ਹੀ ਸ਼ਬਦ ਰੂਪੀ ਅੰਮ੍ਰਿਤ ਪੈਦਾ ਕਰਨਾ ਹੈ, ਅੰਮ੍ਰਿਤ ਬਣਾਉਣਾ ਹੈ, ਨਾਮ ਦ੍ਰਿੜ ਕਰਨਾ ਹੈ। ਤੇ ਜਦੋਂ ਇਹ ਕਲਾ ਸਰੀਰ ਦੇ ਵਿੱਚ ਵਰਤ ਜਾਏ, ਇਹ ਕਰਮਖੰਡ ਦੇ ਵਿੱਚ ਅਭਿਆਸੀ ਦੀ ਐਂਟਰੀ ਹੈ, ਦਾਖਲਾ ਹੈ। ਇਹ ਕੰਮ ਕੌਣ ਕਰੇਗਾ? ਜਿਹਦੇ ਤੇ ਗੁਰਪ੍ਰਸਾਦ ਹੈ। ਗੁਰਪ੍ਰਸਾਦ ਲੈਣ ਵਾਸਤੇ, ਉਹਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਸਾਨੂੰ ਵੀ ਮਿਹਨਤ ਕਰਨੀ ਪਊਗੀ। ਸਾਨੂੰ ਵੀ ਆਪਣੇ ਆਪ ਨੂੰ ਸੁਧਾਰਨਾ ਪਊਗਾ, ਚੰਗੇ ਗੁਣ ਹਾਸਲ ਕਰਕੇ। ਅਖੀਰ ਤੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਆਪਣੀ ਬਖਸ਼ਿਸ਼ ਤੇ ਰਹਿਮਤ ਸਦਕਾ ਹੀ ਨਿਹਾਲ ਕਰਦਾ ਹੈ। ਨਿਹਾਲ, ਨਿਹਾਲ ਦਾ ਲਫ਼ਜ਼ ਆਪਣੇ ਆਪ ਚ ਬਹੁਤ ਵੱਡਾ ਲਫ਼ਜ਼ ਹੈ। ਆਪਾਂ ਸ਼ਬਦ ਬੋਲ ਕੇ ਪਾਸੇ ਹੋ ਜਾਈਦਾ ਹੈ। ਨਿਹਾਲ ਹੈ ਸਦਾ ਵਾਸਤੇ ਪ੍ਰਸੰਨ ਚਿਤ, ਖੁਸ਼, ਆਨੰਦ ਦੀ ਅਵਸਥਾ। ਆਨੰਦ ਹੈ ਹੀ ਕਰਮਖੰਡ ਦਾ ਪਾਰਟ ਹੈ। ਕਰਮਖੰਡ ਦੇ ਵਿੱਚ ਜਿਹੜੇ ਅਭਿਆਸੀ ਖੇਡਦੇ ਨੇ ਜਾਂ ਪਹੁੰਚਦੇ ਨੇ, ਉਸ ਅਵਸਥਾ ਦੇ ਪਾਤਰ ਬਣਦੇ ਨੇ, ਉਹੀ ਆਨੰਦ ਦੇ ਵਿੱਚ ਰਹਿੰਦੇ ਨੇ। ਇਹ ਹੈ ਨਿਹਾਲ ਹੋਣਾ। ਪ੍ਰਸੰਨ ਵੀ ਹੈ, ਖੁਸ਼ ਵੀ ਹੈ ਤੇ ਆਨੰਦ ਵਿੱਚ ਵੀ ਹੈ।
ਇੱਥੇ 38 ਨੰਬਰ ਪਦਾ ਜਿਹੜਾ ਹੈ ਸਮਾਪਤ ਹੋ ਰਿਹਾ। ਅੱਗੇ ਹੈ ਸ਼ਲੋਕ। ਸ਼ੁਰੂ ਦੇ ਵਿੱਚ ਆਪਾਂ ਦੱਸ ਕੇ ਆਏ ਸੀ ਵੀ ਜਪ ਬਾਣੀ ਦੇ ਵਿੱਚ 2 ਸ਼ਲੋਕ ਆਏ ਨੇ। ਜਪ ਬਾਣੀ ਦੇ ਵਿੱਚ 2 ਸ਼ਲੋਕ ਆਏ ਨੇ। ਇੱਕ ਸ਼ਲੋਕ ਦਾ ਹੈਡਿੰਗ ਨਹੀਂ ਹੈ। ਜਦੋਂ ਅਕਾਲ ਪੁਰਖ ਦੇ ਸਰੂਪ ਤੋਂ ਬਾਅਦ ਬਾਣੀ ਸ਼ੁਰੂ ਹੁੰਦੀ ਹੈ, ਇੱਕ ਓ ਜਾਂ ਇੱਕ ਓੰਕਾਰ, ਕੋਈ ਫਰਕ ਨਹੀਂ ਹੈ। ਜਿਹੜੇ ਅਭਿਆਸੀਆਂ ਨੂੰ ਸਮਝ ਆ ਗਿਆ ਹੈ ਜਾਂ ਜਿਹੜੇ ਐਨਲਾਈਟਨਡ ਹੋ ਗਏ ਆ, ਉਹ ਇੱਕ ਓ ਵੀ ਪੜ੍ਹਦੇ ਆ। ਨਾਰਮਲੀ ਪ੍ਰਚਲਿਤ ਜਿਹੜਾ ਹੈ ਉਹ ਇੱਕ ਓੰਕਾਰ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅੱਗੇ 2 ਡੰਡੀਆਂ ਦੇ ਵਿੱਚ ਜਪ, ਉਸ ਦੇ ਬਾਅਦ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸ਼ਲੋਕ ਹੈ ਪਰ ਇਹਦਾ ਇੱਥੇ ਹੈਡਿੰਗ ਨਹੀਂ ਹੈ। ਇਹਦਾ ਨੰਬਰ ਜ਼ਰੂਰ ਆ ਗਿਆ, ਨਿਸ਼ਾਨੀ ਆ ਗਈ, ਔਰ ਇਹੀ ਸ਼ਲੋਕ ਗੌੜੀ ਸੁਖਮਨੀ ਦੇ ਵਿੱਚ ਜਾ ਕੇ ਆਇਆ। ਉੱਥੇ ਇਹਦਾ ਹੈਡਿੰਗ ਦਿੱਤਾ ਹੋਇਆ। ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਬਾਣੀ ਨੂੰ ਬੜੇ ਦੇਖੋ, ਆਪਾਂ ਅੱਜ ਸਿੱਖਿਆ ਸੁਨਿਆਰੇ ਵਰਗਾ ਧੀਰਜ। ਦੇਖਿਓ, ਕਦੇ ਯਾਦ ਕਰਿਓ, ਜੇ ਕੋਈ ਆਪਣਾ ਜੁਐਲਰੀ ਬਣਾਉਣ ਵਾਸਤੇ, ਗਹਿਣੇ ਬਣਾਉਣ ਵਾਸਤੇ ਕਦੇ ਗਏ ਹੋਣਗੇ ਸੁਨਿਆਰੇ ਦੇ ਕੋਲ ਜਾਂ ਦੇਖਿਆ ਹੋਊ ਪ੍ਰੋਸੈਸ ਸਾਰਾ, ਬੜਾ ਧੀਰਜ ਰੱਖਣਾ ਪੈਂਦਾ। ਅਧਿਆਤਮ ਦੇ ਰਾਸਤੇ ਦੀ ਕੁੰਜੀ ਹੈ ਧੀਰਜ, ਸਹਿਜ। ਇਸੇ ਧੀਰਜ ਨੇ ਸਾਨੂੰ ਰਿਜ਼ਲਟ, ਨਤੀਜੇ ਦੇਣੇ ਨੇ ਨਾਮ ਜਪਣ ਦੇ। ਸੋ ਇਹ 38 ਨੰਬਰ ਪਦੇ ਦੇ ਵਿੱਚ ਟੋਟਲੀ ਅਸੀਂ ਨਾਮ ਜਪਣਾ ਕਿੱਦਾਂ ਹੈ, ਕਿੱਦਾਂ ਅਸੀਂ ਸਰੀਰ ਨੂੰ ਸਾਧ ਕੇ ਰੱਖਣਾ ਹੈ, ਸਾਡੇ ਹੱਥ ਪੈਰ ਅੱਖਾਂ ਕੰਨ ਰਸਨਾ ਜ਼ੁਬਾਨ ਇਹ ਚੰਗਾ ਹੀ ਚੰਗਾ ਕਰਨ, ਪੋਜ਼ਿਟਿਵ ਹੀ ਹੋਏ। ਇਹਨਾਂ ਤੋਂ ਕੋਈ ਮਾੜਾ ਕੰਮ ਨਾ ਹੋਏ, ਅੱਖਾਂ ਕੁਛ ਮਾੜਾ ਨਾ ਦੇਖਣ। ਇਹ ਸਭ ਜੁਗਤੀ ਹੈ, ਨਾਮ ਜਪਣ ਦੀ ਜੁਗਤੀ ਹੈ। ਅਭਿਆਸੀ ਤਨ ਕਰਕੇ, ਇੱਕ ਕਰਮ ਇੰਦਰੀ ਤਨ ਦੇ ਨਾਲ ਸੰਬੰਧਿਤ ਨੇ। ਅਸੀਂ ਕਹਿੰਦੇ ਆਏ ਆ ਪਿੱਛੇ, ਅੰਦਰ ਦੀ ਗੱਲ ਹੈ, ਅੰਦਰ ਦੀ ਗੱਲ ਹੈ, ਸ਼ਬਦ ਰੂਪੀ ਸੁੱਖ ਹੈ, ਵਿਛੋੜੇ ਦਾ ਦੁੱਖ ਹੈ। ਲੇਕਿਨ ਹੁਣ ਇਹ ਖੁੱਲਣਾ ਸ਼ੁਰੂ ਹੋ ਜਾਣਾ ਅੱਗੇ। ਸੋ ਇੱਥੇ 38 ਨੰਬਰ ਪਦੇ ਦੇ ਵਿੱਚ ਜੁਗਤੀ ਦੱਸੀ ਹੈ ਨਾਮ ਜਪਣ ਦੀ। ਅਭਿਆਸੀ ਜਿਹੜਾ ਮਨ ਤਨ ਕਰਕੇ ਕਿਵੇਂ ਨਾਮ ਜਪਣਾ ਹੈ। ਮਨ ਕਰਕੇ ਤੇ ਨਾਮ ਜਪੀ ਜਾਓ, ਤੇ ਕੀ ਆਪਣੇ ਹੱਥਾਂ ਨਾਲ ਆਪਾਂ ਗਲਤ ਕੰਮ ਕਰੀ ਜਾਈਏ, ਕੀ ਅੱਖਾਂ ਨਾਲ ਗਲਤ ਦੇਖੀ ਜਾਈਏ, ਕੀ ਰਸਨਾ ਨਾਲ ਗਲਤ ਬੋਲੀ ਜਾਈਏ। ਇਹ ਵੀ ਚੀਜ਼ ਸਾਨੂੰ ਨਾਲ ਨਾਲ ਸਿੱਖਣੀ ਪਊਗੀ। ਆਪਣਾ ਆਪ ਵੀ ਘੜਨਾ ਪਊਗਾ ਕਿ ਮੈਂ ਕਿਸ ਮਰਿਆਦਾ ਦੇ ਵਿੱਚ ਰਹਿਣਾ, ਮੈਂ ਕਿੰਨਾ ਬੋਲਣਾ, ਕੀ ਬੋਲਣਾ, ਮੈਂ ਕਿੰਨਾ ਦੇਖਣਾ, ਕੀ ਦੇਖਣਾ, ਮੈਂ ਕਿਹੜੇ ਪਾਸੇ ਨੂੰ ਜਾਣਾ, ਮੈਂ ਕਿਹੜਾ ਕੰਮ ਕਰਨਾ, ਮੈਂ ਕੀ ਸੁਣਨਾ, ਕੀ ਨਹੀਂ ਸੁਣਨਾ। ਇਹ ਸਭ ਕਾਸੇ ਦੀ ਸਮਝ ਬੂਝ ਸਾਨੂੰ ਰੱਖਣੀ ਪਊਗੀ ਨਾਲ ਨਾਲ। ਇਸੇ ਕਰਕੇ ਕਿਹਾ ਕਿ ਮਨ ਤਨ ਕਰਕੇ ਨਾਮ ਕਿਵੇਂ ਜਪਿਆ ਜਾਵੇ। ਉਹ ਜਿਹੜੀ ਪੋਜ਼ਿਟਿਵਿਟੀ, ਅਸੀਂ ਪੋਜ਼ਿਟਿਵਿਟੀ, ਸਾਕਾਰਾਤਮਕਤਾ, ਪੋਜ਼ਿਟਿਵਿਟੀ ਇਜ਼ ਸਾਕਾਰਾਤਮਕਤਾ। ਪੋਜ਼ਿਟਿਵਿਟੀ ਜਿਹੜੀ ਰੱਖਣੀ ਹੈ, ਆਪਣੇ ਹੱਥਾਂ ਪੈਰਾਂ ਅੱਖਾਂ ਮੂੰਹ ਨੱਕ ਕੰਨ ਜੋ ਵੀ ਹੈ, ਉਧਰ ਵੀ ਪੋਜ਼ਿਟਿਵਿਟੀ ਰੱਖਣੀ ਪਊਗੀ। ਕਹਿਣ ਦਾ ਭਾਵ ਹੈ ਕਿ ਆਪਣਾ ਧਿਆਨ ਵੀ ਰੱਖਣਾ ਪਊਗਾ ਬਾਹਰੋਂ ਵੀ। ਮਨ ਕਰਕੇ ਤੇ ਨਾਮ ਅਸੀਂ ਜਪਣਾ ਹੀ ਹੈ। ਸ਼ਬਦ ਨੇ
ਨਾਮ ਨੇ ਸਾਡੀ ਹੈਲਪ ਕਰਨੀ ਹੈ, ਲੇਕਿਨ ਇੱਥੇ ਹੁਣ ਜ਼ੋਰ ਆ ਗਿਆ ਕਿ ਮਨ, ਇਹ ਜਿਹੜਾ ਸਾਰਾ ਪਦਾ ਅਸੀਂ ਪੜਿਆ, ਇਹ ਜੁਗਤੀ ਹੈ। ਇਹ ਆਪਾਂ ਕਰਮ ਇੰਦਰੀਆਂ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਨਾਮ ਅਭਿਆਸ ਕਰਦੇ ਕਰਦੇ, ਤੇ ਕਿਸ ਤਰ੍ਹਾਂ ਉਸ ਕਰਤੇ ਪੁਰਖ ਦੀ, ਪਰਮਾਤਮਾ ਦੀ, ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਨਾ ਹੈ। ਅਖੀਰ ਤੇ ਆ ਗਿਆ ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹ ਮੈਂ ਪਹਿਲੀ ਗੱਲ ਦੱਸਦਾ, ਇਹ ਚੀਜ਼ ਨਾ ਟਾਈਮ ਮੰਗਦੀ ਹੈ। ਇਹਨੂੰ ਸਮਝੇ ਸੂਝੇ ਪੜ ਪੜ ਬੁਝੇ। ਸੋ ਆ ਤੇ ਹੁਣ ਅਸੀਂ ਪੜ ਲਿਆ ਕਿ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਰ ਇਹਦਾ ਲੌਜਿਕ ਨਹੀਂ ਅਸੀਂ ਦੇਖਿਆ ਅੱਗੇ ਬਾਣੀ ਚ, ਕਿ ਅਸਲ ਚ ਸਾਨੂੰ ਬਾਬਾ ਨਾਨਕ, ਗੁਰੂ ਬਾਬਾ ਨਾਨਕ ਕਹਿ ਕੀ ਰਹੇ ਆ। ਉਹ ਅਸੀਂ ਨੋਟਿਸ ਹੀ ਨਹੀਂ ਕੀਤਾ, ਉਹ ਅਸੀਂ ਰਿਸਰਚ ਹੀ ਨਹੀਂ ਕੀਤੀ, ਉਹ ਅਸੀਂ ਡਿਫਾਈਨ ਹੀ ਨਹੀਂ ਕਰ ਸਕੇ। ਹਰੇਕ ਨੇ ਆਪਣੇ ਆਪਣੇ ਢੰਗ ਨਾਲ ਜਿਹੜਾ ਉਹ ਇਸ ਸ਼ਲੋਕ ਦਾ ਮਤਲਬ ਕੱਢ ਕੇ ਸਾਨੂੰ ਦੇ ਦਿੱਤਾ। ਹੁਣ ਅਸੀਂ ਪਹਿਲਾਂ ਬੇਨਤੀ ਕਰਦੇ ਆ ਰਹੇ ਹਾਂ ਕਿ ਬਾਣੀ ਦੀ ਰਿਲੇਟਿਵ ਸਟੱਡੀ ਬੜੀ ਇੰਪੋਰਟੈਂਟ ਹੈ। ਰਿਲੇਟਿਵ ਸਟੱਡੀ, ਇੱਕ ਲਫ਼ਜ਼ ਅਸੀਂ, ਇੱਕ ਸ਼ਬਦ ਅਸੀਂ, ਇੱਕ ਸ਼ਲੋਕ ਅਸੀਂ ਐਕਸਪਲੇਨ ਕਰ ਰਹੇ ਹਾਂ, ਤੇ ਉਹਦੇ ਲਈ 5 7 10 ਪ੍ਰਮਾਣ ਇਕੱਠੇ ਕਰੋ ਉਹਨੂੰ ਪਰਪੱਕ ਕਰਨ ਵਾਸਤੇ ਵੀ ਕੀ ਇਹ ਲਫ਼ਜ਼ ਵਾਕਿਆ ਹੀ ਇਹੀ ਮੀਨਿੰਗ ਐਕਸਪਲੇਨ ਕਰ ਰਹੇ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅੱਜ ਮੈਂ ਕੇਵਲ ਇੱਕੋ ਸ਼ਬਦ ਦਾ ਜ਼ਿਕਰ ਕਰੂੰਗਾ ਇੱਥੇ। ਉਹ ਇੱਕ ਸ਼ਬਦ ਹੀ ਐਸਾ ਕਿ ਜਿਹੜਾ ਇਸ ਭੁਲੇਖੇ ਚੋਂ ਸਾਨੂੰ ਬਾਹਰ ਕੱਢ ਦੇਗਾ ਕਿ ਪਵਨ ਆਬੋ ਹਵਾ ਸਾਡੀ ਗੁਰੂ ਹੈ, ਪਾਣੀ ਸਾਡਾ ਪਿਤਾ ਹੈ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਇੱਕ 1204 ਨੰਬਰ ਸਫੇ ਤੇ, ਪੇਜ ਨੰਬਰ 1204। ਉਹ ਕਹਿੰਦੇ ਮਾਈ ਸਤ 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 ਹਰ ਸਤ 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 ਸਾਧਾ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਛੀਕ ਗਾਂਠਰੀ ਬਾਧਾ ਰਹਾਓ। ਉਹਦੇ ਚ ਹੁਣ ਸਟੈਪ ਬਾਏ ਸਟੈਪ ਸੁਣਨਾ ਹੈ, ਆਪ ਜੀ ਨੂੰ ਮੀਨਿੰਗ ਪੜ੍ਹਨ ਦੇ ਨਾਲ ਹੀ ਸਮਝ ਆ ਜਾਣਾ। ਜਿੰਨਾ ਕੁ ਆਪਾਂ ਪਿੱਛੇ ਐਕਸਪਲੇਨ ਕਰ ਰਹੇ ਹਾਂ ਉਹ ਆਪਾਂ ਪੜ੍ਹਨਾ ਹੈ ਇੱਥੇ, ਪੜ੍ਹਨ ਦੇ ਨਾਲ ਹੀ। ਜੇ ਕਿਸੇ ਨੂੰ ਨਾ ਆਇਆ ਤੇ ਮੈਨੂੰ ਉਸੇ ਵੇਲੇ ਕਹਿ ਦਿਓ ਜਦੋਂ ਇਹ ਸ਼ਬਦ ਪੂਰਾ ਹੋਣਾ। ਅੱਗੇ ਸ਼ਬਦ ਚੱਲਦਾ ਹੈ, ਕਹਿੰਦੇ ਨਿਸ ਬਾਸਰ ਨਖਯੱਤਰ ਬਿਨਾਸੀ। ਨਿਸ ਬਾਸਰ ਕਹਿੰਦੇ ਰਾਤ ਦਿਨ ਨੂੰ, ਨਖਯੱਤਰ ਕਹਿੰਦੇ ਤਾਰੇ, ਰਵ ਸਸੀਅਰ ਬੇਨਾਦਾ ਕਹਿੰਦੇ ਚੰਦ ਸੂਰਜ, ਇਹ ਸਾਰੇ ਨਾਸਵੰਤ ਨੇ। ਨਿਸ ਬਾਸਰ ਦਿਨ ਰਾਤ, ਨਖਯੱਤਰ ਤਾਰਿਆਂ ਦਾ ਸਿਸਟਮ ਪ੍ਰਬੰਧ, ਬਿਨਾਸੀ ਰਵ ਸਸੀਅਰ ਬੇਨਾਦਾ ਕਹਿੰਦੇ ਇਹ ਵੀ ਬਿਨਸ ਜਾਣੇ ਆ ਤੇ ਸੂਰਜ ਚੰਦ ਵੀ ਬਿਨਸ ਜਾਣੇ ਆ। ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗਿਰ ਕਹਿੰਦੇ ਪਹਾੜ ਨੂੰ, ਬਸਦਾ ਧਰਤੀ, ਜਲ ਪਵਨ ਪਾਣੀ ਹਵਾ, ਪਵਨ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਜੇ ਰਹਿਣ ਵਾਲੀ ਕੋਈ ਚੀਜ਼ ਹੈ ਇਸ ਜਗ ਤੇ, ਉਹ ਕੇਵਲ ਤੇ ਕੇਵਲ ਨਾਮ ਹੈ, ਸ਼ਬਦ ਹੈ, ਅਕਾਲ ਪੁਰਖ ਦੀ ਐਗਜ਼ਿਸਟੈਂਸ ਹੈ। ਇਸੇ ਨੂੰ ਸੱਤੇ ਨਾਮ ਕਿਹਾ, ਜਿਹੜਾ ਆਪਾਂ ਬਿਗਨਿੰਗ ਦੇ ਵਿੱਚ ਐਕਸਪਲੇਨ ਕੀਤਾ ਸੀ। ਸੱਤੇ ਨਾਮ ਇੱਕ ਅਵਸਥਾ ਹੈ ਜਿਹੜੀ ਸਦਾ ਸਦਾ ਵਾਸਤੇ ਕਾਇਮ ਰਹਿੰਦੀ ਹੈ। ਤੇ ਸਾਡੇ ਸੋ ਕਾਲਡ ਸੰਤ
ਉਹ ਮਾੜਾ ਜਿਹਾ ਗੱਡੀ ਚ ਉਤਰ ਕੇ ਬਾਹਰ ਆਉਂਦੇ ਆ ਡੇਰੇ ਵੱਲ ਨੂੰ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਪਹਿਲੀ ਗੱਲ, ਕੱਲਾ ਸ਼ਬਦ ਹੈ, ਇੱਕ ਸ਼ਬਦ ਹੈ ਵਾਹਿਗੁਰੂ, ਉਹ ਅਸੀਂ ਜਪਣਾ ਹੈ। ਸੱਤੇ ਦਾ ਮਤਲਬ ਹੈ ਐਗਜ਼ਿਸਟੈਂਸ ਫॉर ਐਵਰ, ਉਸ ਨਾਮ ਦੀ ਅਵਸਥਾ। ਜਿਹੜਾ ਇਹ ਸ਼ਬਦ ਜ਼ਿਕਰ ਕਰ ਰਿਹਾ ਹੈ, ਸ਼ਬਦ ਕਹਿ ਰਿਹਾ ਮਹੱਲੇ ਪੰਜਵੇਂ ਦਾ 1204 ਨੰਬਰ ਸਫੇ ਤੇ, ਕਹਿੰਦੇ ਗਿਰ ਬਸੁਦਾ ਜਲ ਪਵਨ ਜਾਏਗੋ, ਕਹਿੰਦੇ ਇਹ ਸਭ ਬਿਨਸਣ ਵਾਲੀ ਹੈ। ਹੁਣ ਇੱਥੇ ਸ਼ਲੋਕ ਚ ਆਓ, ਪਵਨ ਗੁਰੂ। ਹੁਣ ਪਵਨ ਇੱਕ ਪਾਸੇ ਕਹਿ ਰਿਹਾ ਬਿਨਸਣ ਵਾਲੀ ਹੈ, ਇੱਕ ਪਾਸੇ ਗੁਰੂ ਕਹਿ ਰਿਹਾ, ਇਹਦਾ ਮਤਲਬ ਗੁਰੂ ਵੀ ਬਿਨਸਣ ਵਾਲਾ। ਗੁਰੂ ਤੇ ਸੱਤੇ ਨਾਮ ਹੈ, ਗੁਰੂ ਤੇ ਫॉर ਐਵਰ ਹੈ, ਉਹਦੀ ਐਗਜ਼ਿਸਟੈਂਸ ਕਦੇ ਵੀ ਨਹੀਂ ਜਾਣੀ। ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਸਿਰਫ ਤੇ ਸਿਰਫ ਸ਼ਬਦ ਗੁਰੂ ਹੀ ਜਿਹੜਾ ਹੈ ਉਹ ਅਟਲ ਹੈ। ਫਿਰ ਅੱਗੇ ਹੋਰ ਸੁਣੋ, ਅੰਡ ਬਿਨਾਸੀ, ਅੰਡਿਆਂ ਚੋਂ ਪੈਦਾ ਹੋਣ ਵਾਲੇ ਜੀਵ, ਜੇਰ ਬਿਨਾਸੀ, ਜੇਰ ਜੋਰ ਤੋਂ ਪੈਦਾ ਹੋਣ ਵਾਲੇ, ਜਿੱਦਾਂ ਅਸੀਂ ਪੈਦਾ ਹੁੰਨੇ ਆ, ਗਾਂ ਦੇ ਬੱਚੇ ਪੈਦਾ ਹੁੰਦੇ ਨੇ, ਹੋਰ ਜਿੰਨੇ ਜੇਰ ਰਾਹੀਂ ਪੈਦਾ ਹੁੰਦੇ ਆ। ਉਤਭੁਜ ਸੇਤ ਬਿਨਾਦਾ, ਧਰਤੀ ਤੋਂ ਮੁੜਕੇ ਤੋਂ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਸਾਰੇ ਨਾਸਵੰਤ ਨੇ। ਅੰਡ ਬਿਨਾਸੀ, ਜੇਰ ਬਿਨਾਸੀ, ਉਤਭੁਜ ਸੇਤ ਬਿਨਾਦਾ, ਕਹਿੰਦੇ ਚਾਰ ਬਿਨਾਸੀ, ਖੱਟੇ ਬਿਨਾਸੀ, ਇੱਕ ਸਾਧ ਬਚਨ ਨਿਹਚਲਾਦਾ। ਨੇਚਲ ਹੁੰਦਾ ਫਿਰ ਅਟਲ, ਜਿਹੜਾ ਕਦੇ ਨਾ ਮੁੱਕੇ, ਕਦੇ ਨਾ ਖਤਮ ਹੋਵੇ। ਕਹਿੰਦੇ ਚਾਰੇ ਵੇਦ ਮੁੱਕ ਜਾਣਗੇ, 6 ਸ਼ਸਤਰ ਮੁੱਕ ਜਾਣਗੇ, ਇਹ ਸਾਰੇ ਨਾਸ਼ਵੰਤ ਨੇ, ਸਿਰਫ ਤੇ ਸਿਰਫ ਗੁਰੂ ਦਾ ਬਚਨ ਹੀ ਅਟਲ ਹੈ, ਨੇਚਲ ਹੈ, ਸੱਤੇ ਹੈ। ਫਿਰ ਅੱਗੇ ਚੱਲੀਏ, ਕਹਿੰਦੇ ਰਾਜ ਬਿਨਾਸੀ, ਤਾਮ ਬਿਨਾਸੀ, ਸਾਤਕ ਭੀ ਬੇਨਾਦਾ। ਰਜੋ ਗੁਣ ਚ, ਤਮੋ ਗੁਣ ਚ, ਸਤੋ ਗੁਣ, ਇਹ ਸਾਰੇ ਇਹ ਵੀ ਨਾਸਵਾਨ ਨੇ, ਇਹ ਵੀ ਖਤਮ ਹੋ ਜਾਣੇ ਨੇ। ਮਾਇਆ ਦੇ 3 ਗੁਣ, ਇਹ ਵੀ ਖਤਮ ਹੋਣ ਵਾਲੇ ਨੇ। ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ, ਜੋ ਇਹਨਾਂ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਹੈ, ਦ੍ਰਿਸ਼ਟੀ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ, ਸਾਰਾ ਕੁਝ ਬਿਨਸਨਹਾਰ ਹੈ। ਇੱਕ ਸਾਧ ਬਚਨ ਆਗਾਦਾ, ਇੱਕ ਸ਼ਬਦ ਹੀ ਹੈ ਜਿਹੜਾ ਅਗਾਧ ਹੈ, ਅਥਾਹ ਹੈ, ਬੇਅੰਤ ਹੈ, ਅੰਤ ਰਹਿਤ ਹੈ, ਜਿਹਦਾ ਕੋਈ ਅੰਤ ਨਹੀਂ ਹੋ ਸਕਦਾ, ਅਨਹਦ ਹੈ, ਅਨਹਤ ਹੈ। ਆਪਾਂ ਸ਼ਬਦ ਸਾਰੇ ਅੱਖਰ ਜਿਹੜੇ ਹੈ ਪਿੱਛੇ ਐਕਸਪਲੇਨ ਕਰਕੇ ਆਏ ਆ। ਫਿਰ ਇਸ ਤੋਂ ਬਾਅਦ ਅੱਗੇ ਕਹਿੰਦੇ ਆਪੇ ਆਪ, ਆਪ ਹੀ ਆਪੇ। ਕਿੰਨੀ ਵਾਰੀ ਲਿਖਤਾ, ਆਪ 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 ਆਪ, 4 ਵਾਰੀ। ਆਪੇ ਆਪ, ਆਪ ਹੀ ਆਪੇ, ਸਭ ਆਪਨ ਖੇਲ ਦਿਖਾਦਾ। ਜਿਹੜਾ ਪਰਮਾਤਮਾ, ਜਿਹੜਾ ਅਕਾਲ ਪੁਰਖ ਆਪਣੇ ਵਰਗਾ ਆਪ ਹੀ ਹੈ, ਜਿਸਨੇ ਇਹ ਸਾਰਾ ਆਪਣਾ ਜਗਤ ਤਮਾਸ਼ਾ ਵਿਖਾਇਆ ਹੋਇਆ ਹੈ। ਪਾਇਓ ਨਾ ਜਾਈ ਕਹੀਂ ਭਾਂਤਰੇ, ਪ੍ਰਭ ਨਾਨਕ ਗੁਰ ਮਿਲ ਲਾਦਾ। ਉਹਨੂੰ ਹੋਰ ਕਿਸੇ ਵੀ ਤਰੀਕੇ ਨਾਲ ਪਾਇਆ ਨਹੀਂ ਜਾ ਸਕਦਾ। ਨਾਨਕ ਜੋਤ ਕਹਿੰਦੀ ਹੈ ਉਹ ਪ੍ਰਭੂ ਸ਼ਬਦ ਗੁਰੂ ਦੇ ਨਾਲ ਮਿਲ ਕੇ ਹੀ ਪਾਇਆ ਜਾ ਸਕਦਾ ਹੈ। ਗੁਰ ਮਿਲੇ ਲਾਦਾ, ਪ੍ਰਭ ਨਾਨਕ ਗੁਰ ਮਿਲੇ ਲਾਦਾ। ਕੋਈ ਰਾਸਤਾ ਨਹੀਂ ਹੈ, ਕੋਈ ਹੋਰ ਤਰੀਕਾ ਨਹੀਂ ਹੈ ਸ਼ਬਦ ਨੂੰ ਜਪਣ ਤੋਂ ਬਗੈਰ। ਹੁਣ ਆਪਾਂ ਆਪਣੇ ਸ਼ਲੋਕ ਵੱਲ ਆਈਏ। ਸ਼ਲੋਕ ਕਹਿ ਰਿਹਾ ਪਵਨ ਗੁਰੂ, ਤੇ ਸ਼ਬਦ ਕੀ ਕਹਿ ਰਿਹਾ ਜੀ, ਆਪਾਂ ਜਿਹੜਾ ਪੜ੍ਹ ਕੇ ਹਟੇ ਆ, ਕਹਿ ਰਿਹਾ ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਸ਼ਬਦ ਨੋਟ ਕਰ ਲਓ, ਇਹਦੀ ਖੋਜ ਆਪ ਕਰਨੀ ਹੈ। ਮੈਂ ਮੋਟਾ ਮੋਟਾ ਦੱਸ ਦਿੱਤਾ, ਇਹਦੀ ਖੋਜ ਆਪ ਕਰਨੀ ਹੈ ਸੰਗਤਾਂ ਨੇ।
ਹੁਣ ਇਹ ਸ਼ਲੋਕ ਵਾਲੇ ਪਾਸੇ ਆ ਜਾਈਏ ਵੀ ਅਸਲ 'ਚ ਫਿਰ ਇਹ ਹੈ ਕੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸਰੀਰ ਦੇ ਵਿੱਚੋਂ ਜਦੋਂ ਪ੍ਰਾਣ ਖਤਮ ਹੋ ਜਾਂਦੇ ਐ, ਸਰੀਰ ਖਤਮ ਹੋ ਜਾਂਦਾ, ਪ੍ਰਾਣਾ ਕਰਕੇ ਹੀ ਅਸੀਂ ਤੁਰੇ ਫਿਰਦੇ ਆਂ। ਇੱਕ ਸਾਡੀ ਬਾਡੀ ਦੇ ਵਿੱਚ ਛੋਟੀ ਜੀ ਛੋਟਾ ਜਿਹਾ ਹਿੱਸਾ ਹਵਾ ਦਾ ਚੱਲਦਾ ਥੱਲੇ ਉੱਤੇ ਹੁੰਦਾ, ਸਾਹ ਅੰਦਰ ਜਾਂਦਾ ਹੈ ਤੇ ਸਾਹ ਬਾਹਰ ਆਉਂਦਾ ਹੈ। ਇਸ ਹਵਾ ਦੇ ਆਸਰੇ ਤੇ ਹੀ ਅਸੀਂ ਤੁਰੇ ਫਿਰਦੇ ਆਂ, ਆਪਣਾ ਕਾਰ ਵਿਹਾਰ ਕਰ ਰਹੇ। ਪਵਨ ਗੁਰੂ, ਹੁਣ ਸਰੀਰ ਵਾਸਤੇ ਇਹ ਪ੍ਰਾਣ ਗੁਰੂ ਨੇ, ਜਿਹੜੇ ਪ੍ਰਾਣ ਚੱਲਦੇ, ਜਿਹੜਾ ਹਵਾ ਥੱਲੇ ਉੱਤੇ ਅੰਦਰ ਬਾਹਰ ਹੋ ਰਹੀ ਹੈ, ਅਰਧ ਉਰਧ ਹੋ ਰਹੀ ਹੈ, ਇਨਹੇਲ ਐਕਸੇਲ ਹੋ ਰਹੀ ਹੈ, ਇਹ ਹੀ ਪ੍ਰਾਣ ਗੁਰੂ ਨੇ। ਕਿਉਂਕਿ ਜੀਂਦੇ ਜੀ ਹੀ ਆਤਮਕ ਅਵਸਥਾ ਮਿਲ ਸਕਦੀ ਹੈ। ਜਿਉਂਦੇ ਜੀ, ਜਿਹੜੀ ਵੀ ਅਵਸਥਾ ਦਾ ਜ਼ਿਕਰ ਗੁਰਬਾਣੀ ਚ ਆਇਆ ਹੈ, ਉਹ ਜਿਉਂਦੇ ਜੀ ਹਾਸਲ ਕਰਨ ਵਾਸਤੇ ਆਇਆ ਹੈ। ਉਹ ਅਵਸਥਾ ਜਿਉਂਦੇ ਜੀ ਹੀ ਹਾਸਲ ਹੋ ਸਕਦੀ ਹੈ। ਹੁਣ ਪਾਣੀ ਪਿਤਾ, ਹੁਣ ਇਹ ਰੋਲ ਹੈ, ਇੱਕ ਰੋਲ ਹੈ, ਨਹੀਂ ਹੈ, ਇੱਕ ਰੋਲ ਹੈ। ਕਿਉਂਕਿ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ। ਬੜੇ ਧਿਆਨ ਨਾਲ ਇਸ ਚੀਜ਼ ਨੂੰ ਸਮਝਣਾ। ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੀ ਪਕੜ ਦੇ ਵਿੱਚ ਇਹ ਚੀਜ਼ ਆ ਜੇ, ਆਪਾਂ ਸਮਝ ਸਕੀਏ ਇਸ ਚੀਜ਼ ਨੂੰ। ਪਵਨ, ਇਹ ਪ੍ਰਾਣ ਹੀ ਨੇ ਜਿਹੜੇ ਸਰੀਰ ਦੇ ਵਿੱਚ ਚੱਲਦੇ ਆ। ਸਰੀਰ ਦੇ ਵਿੱਚ ਜਦੋਂ ਇਹ ਪ੍ਰਾਣ ਚੱਲਦੇ ਆ, ਜੇਕਰ ਇਹ ਪ੍ਰਾਣ ਨਿਕਲ ਜਾਣ ਤੇ ਸਰੀਰ ਖਤਮ ਹੋ ਜਾਂਦਾ। ਸਰੀਰ ਵਾਸਤੇ ਪ੍ਰਾਣ ਗੁਰੂ ਨੇ, ਕਿਉਂਕਿ ਜੀਂਦੇ ਜੀ ਹੀ ਅਧਿਆਤਮਕ ਅਵਸਥਾ ਮਿਲ ਸਕਦੀ ਹੈ। ਇਹਨਾਂ ਪ੍ਰਾਣਾਂ ਦੇ ਜ਼ਰੀਏ ਹੀ ਸਾਨੂੰ ਅਧਿਆਤਮਕ ਅਵਸਥਾ ਮਿਲਣੀ ਹੈ। ਹੁਣ ਇੱਕ ਰੋਲ ਅਦਾ ਕਰ ਰਿਹਾ ਹੈ ਪਾਣੀ ਪਿਤਾ। ਪਾਣੀ ਜਿਹੜਾ ਹੈ ਉਹ ਪਿਤਾ ਦੀ ਤਰ੍ਹਾਂ ਹੈ, ਧਰਤੀ ਜਿਹੜੀ ਹੈ ਉਹ ਮਾਤਾ ਦੀ ਤਰ੍ਹਾਂ ਹੈ। ਜੀਵ ਆਤਮਾ ਵਾਸਤੇ ਗੁਰ ਸ਼ਬਦ ਹੀ ਗੁਰੂ ਹੈ। ਤੇਰਾ ਕਵਨ ਗੁਰੂ ਜਿਸਕਾ ਤੂੰ ਚਿਲਾ, ਸ਼ਬਦ ਗੁਰੂ ਸੁਰਤ ਧੁਨ ਚਿੱਲਾ। ਆਪਾਂ ਸਿੱਧ ਗੋਸ਼ ਦਾ ਸਾਰਾ ਜਿਹੜਾ ਬਾਣੀ ਪੜ੍ਹ ਕੇ ਆਏ ਆ, ਪਿੱਛੇ ਵਿਚਾਰ ਕੇ ਆਏ ਆ। ਜੀਵ ਆਤਮਾ ਵਾਸਤੇ ਗੁਰੂ ਸ਼ਬਦ ਹੀ ਗੁਰੂ ਹੈ। ਘੜੀਐ ਸ਼ਬਦ ਸੱਚੀ ਟਕਸਾਲ, ਨਾਨਕ ਨਦਰੀ ਨਦਰ ਨਿਹਾਲ। ਸ਼ਬਦ ਗੁਰੂ। ਪਾਣੀ ਜਿਹੜਾ ਹੈ ਇਹ ਨਾਮ ਜਲ ਹੈ। ਇਹ ਜੀਵ ਆਤਮਾ ਨੂੰ ਪਵਿੱਤਰ ਕਰਦਾ ਹੈ। ਧਰਤੀ ਧੀਰਜ ਤੇ ਨਿਮਰਤਾ ਦਾ ਪ੍ਰਤੀਕ ਹੈ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਦਿਨ ਤੇ ਰਾਤ ਖਿਡਾਵਾ ਤੇ ਖਿਡਾਵੀ ਨੇ, ਬੇਬੀ ਸਿਟਰ ਨੇ। ਦਿਨ ਰਾਤ ਦੁਇ ਦਾਈ ਦਾਇਆ, ਇਹ ਬੇਬੀ ਸਿਟਰ ਨੇ, ਜਿਨ੍ਹਾਂ ਦੀ ਗੋਦ ਵਿੱਚ ਸਾਰਾ ਸੰਸਾਰ ਖੇਡ ਰਿਹਾ ਹੈ। ਚੰਗਿਆਈਆਂ ਬੁਰਾਈਆਂ ਵੱਚ ਹੈ। ਹੁਣ ਇੱਥੇ ਆ ਜਾਓ, ਇੱਥੇ ਹੁਣ ਆਪਾਂ ਗੱਲ ਕਰਨੀ ਹੈ ਵਿਸਰਾਮ ਦੀ। ਆਪਾਂ ਪੜ੍ਹਦੇ ਹਾਂ ਚੰਗਿਆਈਆਂ ਬੁਰਾਈਆਂ ਵੱਚ ਹੈ ਧਰਮ ਹਦੂਰ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵੱਚ ਹੈ ਧਰਮ ਹਦੂਰ। ਹੁਣ ਇਹ ਚੰਗਿਆਈਆਂ ਬੁਰਾਈਆਂ ਵੱਚ ਹੈ, ਇੱਥੇ ਆਉਣਾ ਸਪੇਸ ਵਾਚੇ ਦੇ ਬਾਅਦ।
ਜੀਵਾਂ ਦੇ ਚੰਗੇ ਤੇ ਮਾੜੇ ਕਰਮਾਂ ਦਾ ਲੇਖਾ ਜੋਖਾ ਧਰਮਰਾਜ ਨਾਲੋਂ ਨਾਲ ਕਰਦਾ, ਅੰਦਰ ਹੀ। ਚੰਗਿਆਈਆਂ ਬੁਰਿਆਈਆਂ ਵਾਚੈ, ਧਰਮ ਹਦੂਰ, ਅੰਦਰ ਹੀ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਆਪਣੇ ਆਪਣੇ ਕਰਮਾਂ ਦੇ ਮੁਤਾਬਕ ਅਸੀਂ ਅਕਾਲ ਪੁਰਖ ਨੂੰ ਅੰਦਰ ਤੇ ਬਾਹਰ ਮਹਿਸੂਸ ਕਰਦੇ ਹਾਂ, ਨੇੜੇ ਤੇ ਦੂਰ ਮਹਿਸੂਸ ਕਰਦੇ ਹਾਂ, ਕਰਮਾਂ ਦੇ ਮੁਤਾਬਕ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ, ਜਿਹੜੇ ਨਾਮ ਨੂੰ ਜਪਿਆ ਪਹਿਲਾਂ, ਫਿਰ ਉਹ ਸਿਮਰਨ ਤੱਕ ਲੈ ਕੇ ਗਏ, ਫਿਰ ਉਹ ਧਿਆਨ ਤੱਕ ਲੈ ਕੇ ਆਏ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਜਿਨ੍ਹਾਂ ਦਾ ਨਾਮ ਜਪਦਿਆਂ ਜਪਦਿਆਂ ਧਿਆਨ ਲੱਗ ਗਿਆ ਤੇ ਹੋਰ ਬੰਦਗੀ ਕਰ ਗਏ। ਜਿਨ੍ਹਾਂ ਦਾ ਨਾਮ ਜਪਦਿਆਂ ਜਪਦਿਆਂ ਧਿਆਨ ਲੱਗ ਗਿਆ ਤੇ ਜਿਹੜੇ ਹੋਰ ਮਿਹਨਤ ਕਰ ਗਏ, ਮਸ਼ੱਕਤ ਕਰ ਗਏ, ਬੰਦਗੀ ਕਰ ਗਏ। ਨਾਨਕ ਤੇ ਮੁਖ ਉਜਲੇ, ਮੁਖ ਉਜਲਾ ਹੈ ਪੰਜ ਪ੍ਰਵਾਨ ਹੋਣਾ। ਉਹ ਪੰਜ ਪ੍ਰਵਾਨ ਹੋ ਗਏ, ਅਖੀਰਲੀ ਅਵਸਥਾ। ਨਾਨਕ ਤੇ ਮੁਖ ਉਜਲੇ, ਅਕਾਲ ਪੁਰਖ ਦੇ ਦਰ ਤੇ ਸੁਰਖਰੂ ਹੋ ਗਏ, ਮੁਖ ਉਜਲੇ। ਕੀਤੀ ਛੁੱਟੀ ਨਾਲ, ਔਰ ਜੋ ਵੀ ਉਹਨਾਂ ਨੂੰ ਫਾਲੋ ਕਰੇਗਾ, ਕਾਪੀ ਕਰੇਗਾ, ਉਹ ਵੀ ਮਾਇਆ ਤੋਂ ਛੁੱਟ ਜਾਣਗੇ। ਕਾਪੀ ਕਰਨਾ ਮਤਲਬ ਉਹਨਾਂ ਵਰਗੇ ਕੱਪੜੇ ਪਾਉਣੇ ਨਹੀਂ, ਉਹਨਾਂ ਵਾਂਗੂ ਬੋਲਣਾ ਨਹੀਂ ਹੈ, ਉਹਨਾਂ ਦੀਆਂ ਆਦਤਾਂ ਅਡਾਪਟ ਕਰਨਾ ਨਹੀਂ, ਵੀ ਕਿਵੇਂ ਚੱਲਦਾ, ਕਿਵੇਂ ਬੋਲਦਾ, ਕਿਹੜਾ ਐਕਸੈਂਟ ਬੋਲਦਾ, ਇਹ ਨਹੀਂ ਦੇਖਣਾ। ਇਹ ਦੇਖਣਾ ਕਿ ਉਹ ਅਮਲ ਕਿਹੜੀ ਗੱਲ ਤੇ ਕਰ ਰਿਹਾ। ਫੋਲੋ ਕਰਨਾ ਜੋ ਉਹ ਅਧਿਆਤਮ ਦੀਆਂ ਗੱਲਾਂ ਕਰਦੇ ਆ, ਦੱਸਦੇ ਆ, ਉਹਨਾਂ ਨੂੰ ਫੋਲੋ ਕਰਨਾ, ਗਿਆਨ ਹਾਸਲ ਕਰਨਾ। ਨਾਮ ਜਿਹੜੇ ਧਿਆਉਣ ਦੀ ਅਵਸਥਾ ਤੱਕ ਪਹੁੰਚ ਗਏ, ਧਿਆਉਣ ਦੀ ਅਵਸਥਾ ਤੇ ਪਹੁੰਚ ਕੇ ਵੀ, ਧਿਆਨ ਲੱਗਣ ਤੋਂ ਬਾਅਦ ਵੀ ਜਿਹੜੇ ਹੋਰ ਮਸ਼ੱਕਤ ਕਰ ਗਏ, ਮਿਹਨਤ ਕਰ ਗਏ, ਬੰਦਗੀ ਕਰ ਗਏ, ਉਹ ਪੰਜ ਪ੍ਰਵਾਨ ਹੋ ਗਏ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਹੜੇ ਉਹਨਾਂ ਨੂੰ ਫੋਲੋ ਕਰਨਗੇ, ਜਿਹੜੇ ਉਸ ਗਿਆਨ ਨੂੰ ਫੋਲੋ ਕਰਨਗੇ। ਬੰਦੇ ਨੂੰ ਨਹੀਂ ਫੋਲੋ ਕਰਨਾ, ਦੇਹ ਨੂੰ ਨਹੀਂ ਫੋਲੋ ਕਰਨਾ। ਦੇਹ ਜਿਹੜੀਆਂ ਗੱਲਾਂ ਸਾਨੂੰ ਸਮਝਾ ਰਹੀ ਹੈ, ਉਹਨਾਂ ਗੱਲਾਂ ਨੂੰ ਅਡਾਪਟ ਕਰਨਾ, ਫੋਲੋ ਕਰਨਾ। ਤੇ ਜਿਹੜੇ ਕਰਨਗੇ ਉਹ ਵੀ ਮਾਇਆ ਤੋਂ ਛੁੱਟ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।